ਜਿਹੜਾ ਇਹਨਾਂ ਨੇ ਸਾਹਮਣੇ ਦੁਨੀਆ ਦੇ ਸਾਹਮਣੇ ਪਰੋਸਣ ਦੀ ਕੋਸ਼ਿਸ਼ ਕੀਤੀ ਹੈ ਦੇਸ਼ ਦੇ ਮੀਡੀਆ ਨੇ, ਗੋਦੀ ਮੀਡੀਆ ਨੇ ਸਪੈਸ਼ਲੀ, ਔਰ ਬੀਜੇਪੀ ਸਰਕਾਰ ਨੇ, ਗਵਰਨਮੈਂਟ ਨੇ। ਇਹ ਸਾਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਸਾਡੇ ਕੋਲ ਤਜਰਬਾ ਹੈ ਇਹਨਾਂ ਦਾ 40 ਸਾਲ ਦਾ, ਜੋ ਕੁਛ ਇਹਨਾਂ ਨੇ ਸਾਡੇ ਨਾਲ ਪਹਿਲਾਂ ਪੰਜਾਬ 'ਚ ਕੀਤਾ ਸੀ। ਮੈਂ ਵਾਰ-ਵਾਰ ਉੱਥੇ ਇੱਕ ਗੱਲ ਹੀ ਵਾਰ-ਵਾਰ ਕਹਿੰਦਾ ਸੀ ਕਿ ਆਪਾਂ ਨੂੰ ਇਹਨਾਂ ਨੇ ਘੇਰ ਕੇ ਲਿਜਾਣਾ ਹੈ, ਇਹਨਾਂ ਨੇ ਟਰੈਪ ਵਿਛਾਉਣਾ ਹੈ ਅਤੇ ਇਹਨਾਂ ਨੇ ਆਪਾਂ ਨੂੰ ਉਸ ਟਰੈਪ 'ਚ ਫਸਾਉਣਾ ਹੈ। ਜੇ ਆਪਾਂ ਇਸ ਟਰੈਪ 'ਚੋਂ ਬਚ ਜਾਵਾਂਗੇ ਫਿਰ ਆਪਣਾ ਕੁਛ ਨਹੀਂ ਮਿਲਦਾ, ਜੇ ਆਪਾਂ ਇਹਨਾਂ ਦੇ ਟਰੈਪ 'ਚ ਫਸ ਜਾਵਾਂਗੇ ਤਾਂ ਫਿਰ ਆਪਣਾ ਬਹੁਤ ਨੁਕਸਾਨ ਕਰਨਗੇ। ਉਹਨਾਂ ਨੇ ਟਰੈਪ ਵਿਛਾਇਆ ਔਰ ਬਹੁਤ ਵੱਡੇ ਪੈਮਾਨੇ 'ਤੇ ਸਾਡਾ ਨੁਕਸਾਨ ਹੋਣਾ ਸੀਗਾ, ਪਰ ਮੈਂ ਫਿਰ ਵੀ, ਕਿਉਂਕਿ ਸਾਡਾ ਨੁਕਸਾਨ ਹੋ ਗਿਆ, ਮੇਰਾ ਪਰਸਨਲੀ ਨੁਕਸਾਨ ਹੋ ਗਿਆ, ਮੇਰਾ ਪੋਤਾ ਸ਼ਹੀਦ ਹੋ ਗਿਆ, ਪਰ ਜਿੱਡੇ ਵੱਡਾ ਟਰੈਪ ਸੀਗਾ ਉਸ ਨੂੰ ਅਜੇ ਦੇਖਦੇ ਹਾਂ ਅਤੇ ਅਸੀਂ ਸਮਝਦੇ ਹਾਂ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਹਾਲਾਂਕਿ ਸਾਡੇ 19 ਬੰਦੇ ਜਿਹੜੇ ਮਿਸਿੰਗ ਜਿਹੜੇ ਹੈਗੇ ਉਹਨਾਂ ਦਾ ਸਾਨੂੰ ਨਹੀਂ ਪਤਾ ਕਿ ਉਹਨਾਂ ਦਾ ਕੀ ਬਣਿਆ, ਔਰ ਜਿਹੜੇ ਅੰਦਰ ਦੇ ਰੱਖੇ ਉਹਨਾਂ 'ਤੇ ਜਿਹੜੇ ਇਹਨਾਂ ਨੇ ਕੇਸ ਪਾ ਰੱਖੇ ਉਹਨਾਂ ਦਾ ਕੀ ਬਣੂਗਾ, ਸਾਡੇ ਸਾਹਮਣੇ ਸਾਰੇ ਸਵਾਲ ਨੇ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਲਈ ਇਸ ਕਰਕੇ ਜ਼ਿਆਦਾ ਦੁਖਦਾਈ ਹੋਈਆਂ ਪਈਆਂ ਨੇ ਕਿ ਜਿਹੜੇ ਸਾਡੇ ਰਿਸਪੋਂਸੀਬਲ ਲੀਡਰਸ਼ਿਪ ਸੀਗੀ ਜਿਹੜੀ, ਖਾਸ ਕਰ ਕਿਸਾਨ ਜਥੇਬੰਦੀਆਂ ਔਰ ਉਸ ਤੋਂ ਬਾਅਦ ਸਾਡੀਆਂ ਜਿਹੜੀ ਆਪੋਜੀਸ਼ਨ ਦੀ ਲੀਡਰਸ਼ਿਪ, ਉਹਨਾਂ ਵੱਲੋਂ ਜਿਹੜੀ ਸਾਨੂੰ ਨਿਰਾਸ਼ਾ ਮਿਲੀ ਹੈ ਇਸ ਸਾਰੇ ਐਪੀਸੋਡ ਦੇ ਵਿੱਚ, ਉਹ ਸਾਨੂੰ ਜ਼ਿਆਦਾ ਤਕਲੀਫ ਦੇ ਲੱਗੀ। ਵੀ ਦੁਸ਼ਮਣ ਤਾਂ ਜੋ ਕਰੇ ਕੋਈ ਗੱਲ, ਉਹਨੇ ਤਾਂ ਆਪਣੇ ਹਿਸਾਬ ਨਾਲ ਕਰਨਾ ਸੀ, ਉਹਨਾਂ ਨੇ ਸਾਡੇ ਨਾਲ ਕਰ ਲਿਆ। ਪਰ ਜਿਹੜੇ ਸਾਨੂੰ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਵਾਸਤੇ ਅਸੀਂ ਉੱਥੇ ਲੜੇ, 70 ਦਿਨ ਤੋਂ ਲੋਕ ਬੈਠੇ, ਅਸੀਂ ਸਾਰਾ ਪਰਿਵਾਰ ਉੱਥੇ ਬੈਠੇ ਸੀਗੇ, ਉਹਨਾਂ ਦੀ ਖਾਮੋਸ਼ੀ, ਉਹਨਾਂ ਦੀ ਚੁੱਪੀ, ਉਹਨਾਂ ਦਾ ਇਸ ਤਰ੍ਹਾਂ ਨਾਲ ਸਾਡੇ ਨਾਲ ਜਿਹੜਾ ਵਿਵਹਾਰ, ਉਹ ਸਾਨੂੰ ਜ਼ਿਆਦਾ ਉਸਨੇ ਸਾਨੂੰ ਜ਼ਿਆਦਾ ਤਕਲੀਫ। ਸੋ ਇਸ ਲਈ ਮੈਂ ਵਾਰੀ ਇੱਕੋ ਗੱਲ ਕਹਿੰਦਾ ਕਿ ਜੇ ਇਸ ਤਰ੍ਹਾਂ ਦੀ ਸਾਡੀ ਲੀਡਰਸ਼ਿਪ ਜਿਹੜੀ ਮਤਲਬ ਤੁਸੀਂ ਸਟੇਜਾਂ 'ਤੇ ਖੜ੍ਹ ਕੇ ਆਵਾਜ਼ਾਂ ਮਾਰੀਆਂ ਵੀ ਅਸੀਂ ਦਿੱਲੀ ਟਰੈਕਟਰ ਮਾਰਚ ਕਰਨਾ, ਅਸੀਂ ਲਾਲ ਕਿਲ੍ਹੇ 'ਤੇ ਜਾਣਾ, ਅਸੀਂ ਪਾਰਲੀਮੈਂਟ 'ਤੇ ਜਾਣਾ, ਅਸੀਂ ਮੋਦੀ ਦੀ ਹਿੱਕ 'ਤੇ ਟਰੈਕਟਰ ਚਲਾਉਣੇ ਆ, ਇਹ ਇਹਨਾਂ ਦੀਆਂ ਸਟੇਟਮੈਂਟ ਨੇ ਔਨ ਰਿਕਾਰਡ। ਅਤੇ ਜਿੱਦਣ ਬੱਚੇ ਫਿਰ ਇਮੋਸ਼ਨਲ ਤੁਸੀਂ ਕਰਕੇ ਉੱਥੇ ਦਿੱਲੀ ਲੈ ਗਏ, ਅਤੇ ਕੀ ਤੁਹਾਨੂੰ ਲੱਗਦਾ ਸੀ ਤੁਸੀਂ ਉਂਗਲੀ ਫੜ ਕੇ ਲੈ ਜਾਓਗੇ ਜਿੱਧਰ ਉੱਧਰ ਚਲੇ ਜਾਣਗੇ? ਫਿਰ ਇੱਕ ਤਾਂ ਤੁਸੀਂ ਉਹਨਾਂ ਦੀ ਅਗਵਾਈ ਕਰਨੀ ਸੀ, ਉਹ ਨਹੀਂ ਹੋਈ। ਇੱਕ ਗੌਰਮੈਂਟ ਨੇ ਜਿਹੜੇ ਰੂਟ ਦਿੱਤੇ ਸੀ, ਉਹ ਰੂਟ ਉਹਨਾਂ ਨੇ ਗੌਰਮੈਂਟ ਉਸ ਰੂਟ 'ਤੇ ਨਹੀਂ ਬੱਚਿਆਂ ਨੂੰ ਜਾਣ ਦਿੱਤਾ। ਉਹ ਜਿਹੜਾ ਟਰੈਪ ਉਹਨਾਂ ਨੇ ਵਿਛਾਇਆ ਹੋਇਆ ਸੀ, ਕਿਉਂਕਿ ਗਾਜ਼ੀਪੁਰ ਵਾਲੇ ਬੱਚੇ ਦੱਸਦੇ ਆ ਕਿ ਸਾਨੂੰ ਆਪਣੀ ਮਰਜ਼ੀ ਨਾਲ ਉੱਧਰ ਲੈ ਕੇ ਗਏ ਔਰ ਇੱਕੋ ਰਾਹ ਖੁੱਲ੍ਹਾ ਸੀ, ਉੱਥੇ ਪੁਲਿਸ ਵਾਲੇ ਕਹਿੰਦੇ ਸੀ ਵੀ ਇਹਦੇ ਕੋਲ ਜਾਓ, ਲਾਲ ਕਿਲ੍ਹੇ ਕੋਲ ਖੁਦ ਤੁਸੀਂ ਲਾਲ ਕਿਲ੍ਹੇ 'ਤੇ ਲੈ ਕੇ ਜਾਂਦੇ ਹੋ। ਔਰ ਹੈਰਾਨੀ ਦੀ ਗੱਲ ਹੈ ਕਿ ਬੱਚੇ ਦੱਸਦੇ ਆ ਕਿ 10 ਵਜੇ ਹੀ 18-20 ਟਰੈਕਟਰ ਕਿਲ੍ਹੇ ਦੇ ਅੰਦਰ ਵੜ ਗਏ ਸੀ। ਤੁਸੀਂ ਸਾਰੇ ਜਣੇ ਸਿਆਣੇ ਹੋ, ਆਪਾਂ ਸਾਰੇ ਰੋਜ਼ ਆਪਾਂ ਦੇਖਦੇ ਹਾਂ ਵੀ ਲਾਲ ਕਿਲ੍ਹੇ 'ਤੇ 26 ਜਨਵਰੀ ਵਾਲਾ ਦਿਨ ਹੋਵੇ, ਇੰਨੀ ਟਾਈਟ ਸਿਕਿਉਰਿਟੀ ਹੋਵੇ, ਅਤੇ ਉੱਥੇ ਟਰੈਕਟਰ ਲੈ ਕੇ ਸਿੱਧੇ ਅੰਦਰ ਵੜ ਜਾਣ ਲੋਕ, ਟਰੈਕਟਰ ਟਰਾਲੀਆਂ ਲੈ ਕੇ, ਅਤੇ ਉਹਨੂੰ ਤੁਸੀਂ ਕੀ ਕਹੋ? ਕਿਉਂਕਿ ਇਹ ਸਾਡੇ ਨਾਲ ਇਹ ਵਾਰੀ ਵਾਪਰੇ। ਪੰਜਾਬ ਦੇ ਵਿੱਚ ਜਿਹੜੀ ਸਾਡੀ ਮੂਵਮੈਂਟ ਦਾ ਹਸ਼ਰ ਹੋਇਆ, ਉਹਦੇ ਵਿੱਚ ਸਾਰੀ ਪੈਨੀਟੇਸ਼ਨ ਹੋਈ। ਸਾਡੇ ਰੂਪ ਵਿੱਚ ਜਿਹੜੇ ਸੀਗੇ ਉਹ ਬੰਦੇ ਵੜ ਕੇ ਸਾਡੀ ਮੂਵਮੈਂਟ ਨੂੰ ਬਦਨਾਮ ਕਰਕੇ ਸਾਨੂੰ ਮਾਰਿਆ ਗਿਆ। ਹੁਣ ਉੱਥੇ ਜਿਹੜਾ ਇੱਕ ਐਪੀਸੋਡ ਇਹ ਵਿਖਾਉਂਦੇ ਆ ਵੀ ਪੁਲਿਸ ਛਾਲਾ ਮਾਰ ਰਹੀ ਹੈ ਉੱਥੇ ਲਾਲ ਕਿਲ੍ਹੇ ਦੀ ਕੰਧ ਤੋਂ, ਅਤੇ ਉਹ ਜ਼ਖਮੀ ਹੋ ਰਹੇ ਨੇ। ਅਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਉਸ ਪੁਲਿਸ ਦੇ ਜੇ ਇਨਕੁਆਇਰੀ ਫੇਅਰ ਹੋਵੇ, ਅਤੇ ਜਿਹੜੀ ਉਸ ਪੁਲਿਸ ਨੂੰ ਕੁੱਟ ਪਈ ਹੈ, ਜਿਹੜੀ ਉਹਨਾਂ ਨੂੰ ਮਾਰ ਪਈ ਹੈ, ਉਹ ਇਹਨਾਂ ਦੇ ਬੰਦਿਆਂ ਵੱਲੋਂ ਹੀ ਪਈ ਹੋਈ। ਕਿਉਂਕਿ ਜਿਹੜੇ ਪੁਲਿਸ ਦੇ ਲੋਕ ਸੀਗੇ ਜਿਨ੍ਹਾਂ ਨੇ ਉੱਥੇ ਸਾਡੇ ਨਾਲ ਬਹਿ ਕੇ ਸਾਡੇ ਲੰਗਰ ਛਕੇ ਆ, ਜਿਹੜੇ ਸਾਡੇ ਨਾਲ ਰਹੇ ਆ, ਉਹ ਕਦੀ ਵੀ ਇਸ ਤਰ੍ਹਾਂ ਨਾਲ ਸਾਡੇ ਨਾਲ ਵਿਹਾਰ ਨਹੀਂ ਸੀ ਕਰ ਸਕਦੇ। ਔਰ ਇਸ ਗੱਲ ਦਾ ਗੌਰਮੈਂਟ ਨੂੰ ਪਤਾ ਸੀਗਾ ਵੀ ਆਹ ਜਿਹੜੀ ਪੁਲਿਸ ਆ, ਮਿਲਟਰੀ ਆ, ਪੈਰਾਮਿਲਟਰੀ ਫੋਰਸ 'ਚ ਜਿਹੜੇ ਨੌਜਵਾਨ ਬੱਚੇ ਆ, ਉਹ ਇਹਨਾਂ ਕਿਸਾਨਾਂ ਦੇ ਨੇ, ਅਤੇ ਉਹਨਾਂ ਦੇ ਅੰਦਰ ਗੁੱਸਾ ਹੈ, ਅਤੇ ਉਸ ਗੁੱਸੇ ਨੂੰ ਡਾਇਵਰਟ ਕਿਵੇਂ ਕਰਨਾ ਹੈ, ਪੁਲਿਸ ਨੂੰ ਇਹਨਾਂ ਦੇ ਖਿਲਾਫ ਕਿਵੇਂ ਕਰਨਾ, ਉਹ ਜਿਵੇਂ ਇੱਥੇ ਹੋਇਆ। ਤੁਸੀਂ ਸਾਰੇ ਜਾਣਦੇ ਹੋ ਉਸ ਐਪੀਸੋਡ ਨੂੰ। ਪੰਜਾਬ ਪੁਲਿਸ ਦੇ ਜਿਹੜੇ ਪਰਿਵਾਰ ਮਰਵਾਏ ਗਏ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਮਰਵਾਏ ਗਏ ਖਾੜਕੂਆਂ ਦੇ ਭੇਸ 'ਚ, ਜਿੰਨਾ ਚਿਰ ਉਹ ਨਹੀਂ ਹੋਇਆ ਉਹਨਾਂ ਚਿਰ ਪੰਜਾਬ ਪੁਲਿਸ ਜਿਹੜੇ ਸੀ ਉਹ ਮੂਵਮੈਂਟ ਦੇ ਖਿਲਾਫ ਇੰਨੀ ਐਂਟੀ ਨਹੀਂ ਸੀ ਜਿਹੜੀ ਉਸ ਤੋਂ ਬਾਅਦ ਹੋਈ। ਅਤੇ ਇਹ ਸਾਰਾ ਤੇ ਇਹਨਾਂ ਦਾ ਤੈਅਸ਼ੁਦਾ ਪਲਾਨ ਸੀਗਾ ਜਿਹਦੇ ਵਿੱਚ ਟਰੈਪ ਇਹਨਾਂ ਨੇ ਮੂਵਮੈਂਟ ਨੂੰ ਫਸਾਇਆ। ਮੈਨੂੰ ਇਨਫੋਰਮੇਸ਼ਨ ਮਿਲੀ ਜੀ 1:30 ਵਜੇ। ਮੈਂ ਰਾਜਸਥਾਨ ਬਾਰਡਰ 'ਤੇ ਸੀਗਾ, ਬੱਚੇ ਗਾਜ਼ੀਪੁਰ ਬਾਰਡਰ 'ਤੇ ਸੀਗੇ। ਰਾਜਸਥਾਨ ਬਾਰਡਰ 'ਤੇ ਮੇਰੇ ਭਤੀਜੇ ਨੇ ਮੈਨੂੰ ਫ਼ੋਨ ਕੀਤਾ ਵੀ ਚਾਚਾ ਜੀ ਇਸ ਤਰ੍ਹਾਂ ਨਵਰੀਤ ਦੇ ਗੋਲੀ ਲੱਗ ਗਈ। ਅਤੇ ਮੈਂ ਕਿਹਾ ਜ਼ਿਆਦਾ ਤਾਂ ਨਹੀਂ ਲੱਗੀ? ਕਹਿੰਦਾ ਚਾਚਾ ਜੀ ਜ਼ਿਆਦਾ ਲੱਗ ਗਈ। ਜਦੋਂ ਉਸਨੇ ਜ਼ਿਆਦਾ ਲੱਗ ਗਈ ਤਾਂ ਮੈਨੂੰ ਸਮਝ ਲੱਗ ਗਈ ਕਿ ਇਹਦੇ ਮੂੰਹੋਂ ਨਿਕਲਦੀ ਨਹੀਂ ਗੱਲ ਜਿਹੜੀ ਆ ਕੋਈ ਘਟਨਾ ਵਾਪਰ ਗਈ। ਕਹਿੰਦਾ ਤੁਸੀਂ ਛੇਤੀ ਆ ਜਾਓ। ਥੋੜ੍ਹੀ ਦੇਰ ਬਾਅਦ ਮੈਂ ਮੇਰੇ ਛੋਟੇ ਪੁੱਤੇ ਨੂੰ ਫ਼ੋਨ ਕੀਤਾ ਅਤੇ ਉਹ ਰੋਣ ਲੱਗ ਗਿਆ ਕਿ
ਵੀ ਡੈਡੀ ਵੀਰਾ ਨਹੀਂ ਹੈਗਾ, ਵੀਰਾ ਨਹੀਂ ਰਿਹਾ। ਮੇਰੇ 150 ਪੌਣੇ 200 ਕਿਲੋਮੀਟਰ ਦਾ ਸਫ਼ਰ ਸੀ ਜਿਹੜਾ, ਉੱਥੋਂ ਫਿਰ ਮੈਨੂੰ ਨੌਜਵਾਨ ਕੁਛ ਲੈ ਕੇ ਗਾਜ਼ੀਪੁਰ ਬਾਰਡਰ 'ਤੇ ਆਏ। ਔਰ ਜਦੋਂ ਮੈਂ ਗਾਜ਼ੀਪੁਰ ਬਾਰਡਰ 'ਤੇ ਆਇਆ, ਮੇਰੇ ਪੋਤੇ ਦੀ ਡੈੱਡ ਬੋਡੀ ਜਿਹੜੀ ਸੀ ਉਹ ਸਟੇਜ ਦੇ ਸਾਹਮਣੇ ਪਈ ਸੀ। ਮੇਰੇ ਲਈ ਉਹ ਬਹੁਤ ਔਖਾ ਸਮਾਂ ਸੀ, ਪਰ ਜਿਹੜਾ ਉਸ ਤੋਂ ਵੀ ਔਖਾ ਸਮਾਂ ਮੇਰੇ ਲਈ ਉਹ ਗੁਜ਼ਰਿਆ, ਉੱਥੇ ਸਾਡਾ ਕੋਈ ਵਾਰਿਸ ਨਹੀਂ ਬਣਿਆ। ਜਿਹੜੀ ਲੀਡਰਸ਼ਿਪ ਨੇ ਨੌਜਵਾਨਾਂ ਨੂੰ ਆਵਾਜ਼ਾਂ ਮਾਰ ਮਾਰ ਕੇ ਦਿੱਲੀ ਬੁਲਾਇਆ, ਉਹ ਲੀਡਰਸ਼ਿਪ ਉੱਥੇ ਹੱਥ ਖੜੇ ਕਰਕੇ ਭੱਜ ਗਈ ਔਰ ਉਸ ਬੋਡੀ ਨੂੰ ਕਲੇਮ ਨਹੀਂ ਕੀਤਾ ਉਹਨਾਂ ਨੇ। ਜਦ ਕਿ ਮੈਨੂੰ ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਹੁਣ ਕੀ ਕਰਨਾ ਚਾਹੀਦਾ, ਮੈਂ ਕਿਹਾ ਅਸੀਂ ਕੀ ਕਰਨਾ ਜੀ, ਸਾਡੇ ਨਾਲ ਜੋ ਹੋਣੀ ਸੀ ਹੋਊਗੀ, ਬੱਚਾ ਸਾਡਾ ਚਲਾ ਗਿਆ, ਇਹ ਹੁਣ ਸਾਡੀ ਪ੍ਰਾਪਰਟੀ ਨਹੀਂ ਹੈ, ਇਹ ਅੰਦੋਲਨ ਦੀ ਪ੍ਰਾਪਰਟੀ, ਤੁਸੀਂ ਦੱਸੋ ਇਹਦਾ ਕੀ ਕਰਨਾ, ਜਿਵੇਂ ਕਰੋਗੇ ਅਸੀਂ ਤੁਹਾਡੇ ਨਾਲ। ਪਰ ਕੋਈ ਉਸ ਬਾਡੀ ਨੂੰ ਕਲੇਮ ਕਰਨ ਵਾਸਤੇ ਕੋਈ ਅੱਗੇ ਨਹੀਂ ਆਇਆ, ਸਾਡੇ ਲਈ ਕੋਈ ਰਾਹ ਨਹੀਂ ਸੀ। ਫਿਰ ਅਸੀਂ ਆਪਣੇ ਬੱਚੇ ਨੂੰ ਘਰ ਲੈ ਕੇ, ਮੈਂ ਉਦੋਂ ਇੱਕ ਗੱਲ ਪੁਲਿਸ ਵਾਲਿਆਂ ਨੂੰ ਕਹੀ ਵੀ ਤੁਸੀਂ ਜਿਹੜੀ ਗੱਲ ਕਹਿੰਦੇ ਆ ਵੀ ਟਰੈਕਟਰ ਐਕਸੀਡੈਂਟ, ਜੇ ਮੰਨ ਲਓ ਤੁਹਾਡੀ ਗੱਲ ਮੰਨ ਲਈ ਜਾਵੇ ਟਰੈਕਟਰ ਐਕਸੀਡੈਂਟ ਹੈ, ਕੀ ਜਿਹੜੀ ਉਹ 174 ਦੀ ਕਾਰਵਾਈ ਤੁਸੀਂ ਕੋਈ ਕੀਤੀ ਹੈ? ਕੋਈ ਇਹਨੂੰ ਫਸਟ ਏਡ ਮਿਲੀ ਹੈ? ਇਹਨੂੰ ਹਸਪੀਟਲ ਲੈ ਕੇ ਗਏ ਆ? ਕਿੱਥੇ ਡਾਕਟਰਾਂ ਨੇ ਇਹਨੂੰ ਡੈਡ ਡਿਕਲੇਅਰ ਕੀਤਾ ਹੈ? ਕੋਈ ਹੈ ਐਵੀਡੈਂਸ? ਕਿਸੇ ਕੋਲ ਕੋਈ ਜਵਾਬ ਹੈ ਨਹੀਂ ਸੀ। ਪਰ ਸਾਡੇ ਨਾਲ ਕੋਈ ਨਹੀਂ ਸੀ, ਸਾਨੂੰ ਸਾਹਮਣੇ ਵਾਲਾ ਕੋਈ ਨਹੀਂ ਸੀ। ਫਿਰ ਅਸੀਂ ਬੱਚੇ ਨੂੰ ਜਦੋਂ ਲੈ ਕੇ ਗਏ ਰਾਮਪੁਰ, ਜਿਹੜਾ ਪੋਸਟਮਾਰਟਮ ਹੋਇਆ, ਪੋਸਟਮਾਰਟਮ ਦੇ ਵਿੱਚ ਡਾਕਟਰ ਜਿਹੜਾ ਸੀ, ਜਦੋਂ ਸਾਰੀ ਚੀਜ਼ਾਂ ਵੇਖਣ ਪੋਸਟਮਾਰਟਮ ਤੋਂ ਪਹਿਲਾਂ ਹੀ ਉਹ ਕਲੀਅਰ ਸੀਗਾ ਕਿ ਗੋਲੀ ਨਾਲ ਹੋਈ ਹੈ ਡੈਥ। ਪਰ ਉਹਦੇ ਦਬਾਅ ਇੰਨਾ ਸੀਗਾ, ਹਾਲਾਂਕਿ ਪੈਨਲ ਨੇ ਕੀਤਾ ਹੈ, ਵੀਡੀਓਗ੍ਰਾਫੀ ਹੈ ਉਹਦੀ, ਪਰ ਉਹਦੇ ਦਬਾਅ ਇੰਨਾ ਸੀ, ਉਹ ਕਾਜ਼ ਆਫ ਡੈਥ ਦੇ ਵਿੱਚ ਗੋਲੀ ਨਾਲ ਡੈਥ ਨਹੀਂ ਲਿਖ ਸਕਿਆ। ਪਰ ਉਹਨੇ ਜੋ ਕੁਛ ਲਿਖਿਆ, ਉਹਦਾ ਜੋ ਐਨਾਲਿਸਿਸ ਹੋਇਆ ਸਪੈਸ਼ਲਿਸਟਾਂ ਵੱਲੋਂ, ਔਰ ਉਹ ਕਲੀਅਰ ਕੱਟ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਆਈਆਂ, ਉਸ ਤੋਂ ਬਾਅਦ ਕੋਈ ਸ਼ੱਕ ਨਹੀਂ ਹੈਗਾ, ਸਾਨੂੰ ਤਾਂ ਪਹਿਲਾਂ ਹੀ ਸ਼ੱਕ ਨਹੀਂ ਸੀ, ਪਰ ਉਹਨਾਂ ਰਿਪੋਰਟਾਂ ਤੋਂ ਬਾਅਦ ਕਲੀਅਰ ਹੈ ਕਿ ਉਹ ਗੋਲੀ ਨਾਲ ਹੋਈ। ਔਰ ਗੋਲੀ ਕਿਉਂ ਮਾਰੀ ਗਈ ਹੈ ਸਾਨੂੰ ਪਤਾ ਹੈ, ਕਿਉਂਕਿ ਜੋ ਇਹ ਚਾਹੁੰਦੇ ਸੀ ਹੋ ਹੀ ਨਹੀਂ ਸੀ ਰਿਹਾ। ਜਦੋਂ ਇਹਨਾਂ ਨੇ ਅਥਰੂ ਗੈਸ ਛੱਡੀ ਔਰ ਡਾਂਗਾਂ ਨਾਲ ਬੱਚਿਆਂ ਨੂੰ ਉੱਥੇ ਟਰੈਕਟਰਾਂ ਤੋਂ ਕੁੱਟ ਕੇ ਭਜਾਇਆ, ਤੇ ਅੱਗੋਂ ਦੇ ਬੱਚਿਆਂ ਨੇ ਰਜਿਸਟ ਹੀ ਨਹੀਂ ਕੀਤਾ ਕਿਸੇ ਨੇ। ਤੇ ਜਦੋਂ ਕੋਈ ਰਜਿਸਟ ਵੀ ਨਹੀਂ ਕਰ ਰਿਹਾ, ਇਹਨਾਂ ਦੀ ਮਨਸ਼ਾ ਵੀ ਪੂਰੀ ਨਹੀਂ ਹੋ ਰਹੀ, ਤੇ ਫਿਰ ਇਹਨਾਂ ਕੋਲ ਇੱਕੋ ਸੀ ਗੱਲ ਵੀ ਕੋਈ ਨਾ ਕੋਈ ਗੋਲੀ ਚਲਾ ਕੇ ਕੋਈ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਫਿਰ ਹੀ ਸ਼ਾਇਦ ਕੋਈ ਜਿਹੜਾ ਰਜਿਸਟ ਕਰਨ ਵਾਲੇ ਜਾਂ ਅੱਗੋਂ ਕੋਈ ਅਗਰੈਸ ਹੋ ਕੇ ਬੱਚੇ ਜੇ ਕੋਈ ਗੱਲ ਪੈਣ ਕਿਸੇ ਨੇ, ਫਿਰ ਵੀ ਕੁਛ ਨਹੀਂ ਹੋਇਆ। ਮਤਲਬ ਜੋ ਇਹ ਚਾਹੁੰਦੇ ਸੀ ਉਹ ਨਹੀਂ ਹੋਇਆ। ਔਰ ਜਿਹੜੀ ਸਾਡੇ ਹਿੱਸੇ ਜਿਹੜੀ ਆਈ ਹੈ ਸ਼ਹਾਦਤ, ਅਸੀਂ ਸਮਝਦੇ ਹਾਂ ਵੀ ਚਲੋ ਜਦੋਂ ਇੰਨੇ ਵੱਡੇ ਲੱਖਾਂ ਦਾ ਇਕੱਠ ਆ, ਜਿਹੜੇ ਬੱਚੇ ਆਏ ਆ, ਉਹਦੇ ਵਿੱਚ ਬਹੁਤ ਕੁਝ ਹੋ ਸਕਦਾ ਸੀ। ਜਦੋਂ ਲੀਡਰ ਲੈਸ ਹੋ ਗਏ, ਆਪ ਮੁਹਾਰੇ ਬੱਚੇ ਹੋ ਗਏ, ਕੋਈ ਉਹਨਾਂ ਨੂੰ ਗਾਈਡ ਕਰਨ ਵਾਲਾ ਨਹੀਂ, ਸਰਕਾਰ ਦੁਸ਼ਮਣ ਖੜੀ ਹੈ, ਉਹਨਾਂ ਨੂੰ ਟਰੈਪ ਫਸਾ ਕੇ ਲਿਜਾ ਰਹੀ ਹੈ, ਤੇ ਫਿਰ ਇਹ ਗੱਲਾਂ ਹੋਣੀਆਂ ਤੈਅ ਹੀ ਸੀਗੀਆਂ। ਤੇ ਜਿਹੜਾ ਫਿਰ ਇਹਨਾਂ ਨੇ ਜਿਹੜਾ ਬਹਾਨਾ ਬਣਾ ਕੇ ਜਿਹੜੇ ਸਾਡੀ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਵੀ ਉੱਥੇ ਜੀ ਝੰਡਾ ਚਲਾਤਾ ਜੀ, ਉੱਥੇ ਤਿਰੰਗੇ ਦਾ ਅਪਮਾਨ ਹੋ ਗਿਆ। ਜਿਸ ਝੰਡੇ ਨੂੰ ਤੁਸੀਂ ਰੋਜ਼ ਸਾਡੇ ਬਾਰਡਰਾਂ 'ਤੇ ਚੁੱਕੀ ਫਿਰਦੇ ਹੋ ਆਪ, ਅਤੇ ਤੁਸੀਂ ਫੌਜ ਦੀਆਂ ਗੱਡੀਆਂ ਦੇ ਝੰਡੇ ਆਪ ਸਾਡੇ ਲਾ ਕੇ ਉਹਨਾਂ ਨੂੰ ਸਲਾਮੀਆਂ ਦਿੰਦੇ ਹੋ ਵਾਰੀ-ਵਾਰੀ, ਇਹ ਉਹੀ ਝੰਡਾ ਹੈ। ਅਤੇ ਇੱਥੇ ਜੇ ਝੰਡਾ ਝੂਲ ਗਿਆ ਤਾਂ ਕਿਹੜੀ ਹਨੇਰੀ ਆ ਗਈ। ਅਤੇ ਜਿਹੜੇ ਤਿਰੰਗੇ ਦਾ ਤੁਸੀਂ ਬਾਹਲੇ ਗਾਣੇ ਗਾਉਂਦੇ ਹੋ ਵੀ ਬਹੁਤ ਅਪਮਾਨ ਹੋ ਗਿਆ, ਉਸ ਤਿਰੰਗੇ ਦਾ ਅਪਮਾਨ ਤੁਹਾਡੇ ਤੋਂ ਜ਼ਿਆਦਾ ਕੋਈ ਕਰ ਸਕਦਾ? ਤੁਸੀਂ ਜਿਹਨੂੰ ਵਿਰਾਸਤ ਕਹਿੰਦੇ ਹੋ ਦੇਸ਼ ਦੀ, ਉਹ ਵਿਰਾਸਤ ਤੁਸੀਂ ਗਹਿਣੇ ਪਾ ਰੱਖੀ ਹੈ ਡਾਲਮੀਆਂ ਕੋਲ। ਅਤੇ ਜੇ ਕਿਸੇ ਕਿਰਾਏ ਦੇ ਮਕਾਨ 'ਤੇ ਤੁਹਾਡਾ ਝੰਡਾ ਝੂਲਦਾ ਅਤੇ ਉੱਥੇ ਸਾਡਾ ਵੀ ਝੂਲ ਗਿਆ, ਤਾਂ ਫਿਰ ਕਿਹੜੀ ਹਨੇਰੀ ਆ ਗਈ? ਇਹ ਗੱਲਾਂ ਜਿਹੜੀਆਂ ਇਹਨਾਂ ਸਵਾਲਾਂ ਦੇ ਜਵਾਬ ਤਾਂ ਕਿਸੇ ਨਾ ਕਿਸੇ ਨੂੰ ਦੇਣੇ ਹੀ ਪੈਣਗੇ ਨਾ। ਅਤੇ ਸਾਡੀ ਲੀਡਰਸ਼ਿਪ ਦੀ ਜਿਹੜੀ ਕਮਜ਼ੋਰੀ ਸੀ ਸਭ ਤੋਂ ਵੱਡੀ, ਜਿੱਥੇ ਲੀਡਰਸ਼ਿਪ ਦੀ ਪਰਖ ਹੁੰਦੀ ਹੈ, ਜਿੱਥੇ ਉਹਨਾਂ ਨੂੰ ਖੜ੍ਹੇ ਹੋਣਾ ਚਾਹੀਦਾ ਸੀ, ਉਹ ਖੜ੍ਹੇ ਨਹੀਂ ਹੋਏ। ਉਹ ਜੋ ਲਾਈਨ ਸਰਕਾਰ ਦੀ ਸੀ ਉਹੀ ਲਾਈਨ ਇਹਨਾਂ ਨੇ ਅਡੋਪਟ ਕਰ ਲਈ। ਬੜਾ ਜੀ ਉਹ ਹੋ ਗਿਆ ਜੀ ਅਸੀਂ ਸਾਰਿਆਂ ਨੇ ਜੀ ਕੰਡੈਮ ਕਰਦੇ ਹਾਂ ਜੀ, ਹਿੰਸਾ ਹੋ ਗਈ ਜੀ। ਜਿਨ੍ਹਾਂ ਨਾਲ ਹਿੰਸਾ ਹੋਈ ਉਹ ਤਾਂ ਬੋਲਣ ਜੋ, ਉਹ ਤਾਂ ਬੋਲ ਨਹੀਂ ਰਹੇ, ਉਹ ਰੋ ਰਹੇ ਆ। ਅਤੇ ਜਿਨ੍ਹਾਂ ਨੇ ਹਿੰਸਾ ਕੀਤੀ ਹੈ ਉਹ ਸਾਡੇ 'ਤੇ ਚੜ੍ਹੇ ਆਉਂਦੇ ਉੱਤੋਂ ਦੀ, ਅਤੇ ਸਾਡੇ ਆਪਦੇ ਉਹਨਾਂ ਦੇ ਨਾਲ ਖੜ੍ਹੇ। ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਸਾਡੇ ਸਾਹਮਣੇ ਹੋਈਆਂ ਨੇ, ਆਈਆਂ ਨੇ, ਲੀਡਰਸ਼ਿਪ ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ ਨੇ। ਇਸ ਲਈ ਸਾਡਾ ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਮੂਵਮੈਂਟ ਜਿਸ ਮੁਕਾਮ 'ਤੇ ਪਹੁੰਚਿਆ ਹੋਇਆ ਸੀ, ਉਸ ਲੀਡਰਸ਼ਿਪ ਨੂੰ ਅਸੀਂ ਨਹੀਂ ਚਾਹੁੰਦੇ ਉਹਨਾਂ ਨੂੰ ਨਾ ਡਿਸਟਰਬ ਕਰਨਾ ਚਾਹੁੰਦੇ, ਨਾ ਉਹਨੂੰ ਜ਼ਿਆਦਾ ਇਸ ਤਰ੍ਹਾਂ ਡਿਮੋਰਲਾਈਜ਼ ਕਰਨਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਉਹ ਲੀਡਰਸ਼ਿਪ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ, ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਤੋਂ ਕੁਛ ਸਿੱਖੇ, ਨੌਜਵਾਨਾਂ ਨੂੰ ਓਨ ਕਰੇ, ਜਿਹੜੇ ਨੌਜਵਾਨਾਂ ਨੂੰ ਡਿਸਓਨ ਕਰ ਰਿਹਾ ਇਹ, ਔਰ ਉਹਨਾਂ ਨੂੰ ਆਪਣੇ ਹਾਲ 'ਤੇ ਛੱਡੀ ਜਾਂਦੇ ਆ, ਉਹਨਾਂ ਦੀ ਪੈਰਵੀ ਕਰੇ, ਉਹਨਾਂ ਦੇ ਕੇਸ ਲੜੇ। ਲੱਖਾ ਸਜਾਣਾ ਹੈ, ਦੀਪ ਸਿੱਧੂ ਆ, ਜਾਂ ਇਹੋ ਜਿਹੇ ਹੋਰ ਜਿੰਨੇ ਵੀ ਹੈਗੇ। ਨੌਦੀਪ ਕੌਰ ਹੈ ਜਿਹੜੀ ਗਰੀਬ ਲੜਕੀ ਵਿਚਾਰੀ ਹੈਗੀ ਆ, ਉਹਨੂੰ ਪੁਲਿਸ ਚੱਕ ਕੇ ਲਿਜਾਂਦੀ ਆ, ਉਹ ਸਾਰੀ ਇਨਫੋਰਮੇਸ਼ਨ ਸਟੇਜ 'ਤੇ ਆ ਜੀ। ਸਟੇਜ ਵਾਲੇ ਗੱਲ ਹੀ ਨਹੀਂ ਕਰਦੇ। ਤੁਸੀਂ ਦੱਸੋ ਇਹੋ ਜਿਹੀ ਹੁੰਦੀ ਹੈ ਕੋਈ ਲੀਡਰਸ਼ਿਪ? ਐਡੀ ਵੱਡੀ ਮੂਵਮੈਂਟ ਦੀ ਅਗਵਾਈ ਕਰਨ ਵਾਲੇ ਲੀਡਰਸ਼ਿਪ ਦਾ ਆਹ ਲੈਵਲ ਹੁੰਦਾ ਕੋਈ?
ਪਰ ਉਹ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਹੁਣ ਅਸੀਂ ਚਾਹੁੰਦੇ ਹਾਂ ਕਿ ਅੱਗੇ ਅੱਗੇ ਨਾ ਹੋਣ, ਇਹ ਦੁਬਾਰਾ ਇਹ ਦੁਹਰਾਵ ਨਾ ਹੋਵੇ, ਲੀਡਰਸ਼ਿਪ ਆਪਣੇ ਪੈਰਾਂ 'ਤੇ ਖੜੀ ਹੋਵੇ, ਅਸੀਂ ਮੂਵਮੈਂਟ ਜਿੱਤ ਕੇ ਆਈਏ। ਅਤੇ ਉਸ ਜਿੱਤਣ ਵਾਸਤੇ ਸਾਡਾ ਸਾਰਿਆਂ ਦੀ ਕੋਸ਼ਿਸ਼ ਹੈ ਵੀ ਅਸੀਂ ਪੰਜਾਬ ਤੋਂ ਉਸੇ ਤਰ੍ਹਾਂ ਉਸ ਮੂਵਮੈਂਟ ਨਾਲ ਜੁੜੀਏ, ਲੀਡਰਸ਼ਿਪ ਨਾਲ ਅਸੀਂ ਗੱਲ ਕਰੀਏ, ਲੀਡਰਸ਼ਿਪ ਨੂੰ ਜਿਹੜੀਆਂ ਕਮਜ਼ੋਰੀਆਂ ਉਹ ਦੂਰ ਕਰੀਏ। ਉਹਨਾਂ ਦੀ ਲੀਡਰਸ਼ਿਪ ਦੇ ਵੀ ਕੋਈ ਗਿਲੇ ਹੋ ਸਕਦੇ ਨੇ ਸਾਡੇ ਨਾਲ ਜਾਂ ਉਹਨਾਂ ਲੋਕਾਂ ਨਾਲ, ਅਸੀਂ ਉਹਨਾਂ ਤੋਂ ਪੁੱਛਾਂਗੇ ਵੀ ਤੁਹਾਨੂੰ ਕੀ ਕਿੱਥੇ ਲੱਗਦਾ ਹੈ ਕਿ ਤੁਹਾਨੂੰ ਕੋਈ ਸਾਥ ਨਹੀਂ ਮਿਲਿਆ ਜਾਂ ਤੁਹਾਡੇ 'ਤੇ ਕੋਈ ਇਸ ਤਰ੍ਹਾਂ ਦਾ ਹੋਇਆ ਸੀ, ਉਹ ਵੀ ਦੂਰ ਕਰਾਂਗੇ ਉਹਨਾਂ ਨੂੰ। ਪਰ ਅਸੀਂ ਜਿਹੜੀ ਚਾਹੁੰਦੇ ਹਾਂ ਵੀ ਸਰਕਾਰ ਵੱਲੋਂ ਸਾਨੂੰ ਇਨਸਾਫ ਮਿਲੇ। ਹਾਲਾਂਕਿ ਮੇਰੇ ਤੋਂ ਇੱਕ ਸਵਾਲ ਜਦੋਂ ਵਾਰ-ਵਾਰ ਇਹ ਪੁੱਛਿਆ ਜਾਂਦਾ ਵੀ ਸਰਕਾਰ ਤੋਂ ਕੀ ਚਾਹੁੰਦੇ, ਤਾਂ ਮੈਨੂੰ ਮੇਰਾ ਜਵਾਬ ਇਹ ਹੁੰਦਾ ਵੀ ਕਿਹੜੀ ਸਰਕਾਰ? ਇਹ ਕਿਸੇ ਸੰਵਿਧਾਨ ਦੇ ਤਹਿਤ ਸਰਕਾਰ ਹੈ ਨਾ, ਵੀ ਸੰਵਿਧਾਨ ਨੇ ਇਹਨੂੰ ਸਰਕਾਰ ਬਣਾਇਆ ਨਾ। ਜੇ ਸੰਵਿਧਾਨ ਨੇ ਇਹਨੂੰ ਸਰਕਾਰ ਬਣਾਇਆ ਹੈ, ਉਹ ਸੰਵਿਧਾਨ ਕੋਈ ਸਾਨੂੰ ਵੀ ਹੱਕ ਦਿੰਦਾ ਕਿ ਨਹੀਂ ਦਿੰਦਾ? ਕਿ ਇਕੱਲਾ ਪ੍ਰਧਾਨ ਮੰਤਰੀ ਬਣਨ ਲਈ ਉਹ ਸੰਵਿਧਾਨ ਆ ਜਾਂ ਸਰਕਾਰ ਬਣਨ ਲਈ ਸੰਵਿਧਾਨ ਆ? ਲੋਕਾਂ ਦੇ ਹੱਕ ਉਦੋਂ ਮੁੱਕ ਜਾਂਦੇ ਨੇ ਜਿਸ ਦਿਨ ਸਰਕਾਰ ਬਣ ਜਾਂਦੀ। ਜਿਹੜਾ ਸੰਵਿਧਾਨ ਇਹਨਾਂ ਨੂੰ ਸਰਕਾਰ ਬਣਾਉਂਦਾ ਉਹ ਸਾਨੂੰ ਵੀ ਅਧਿਕਾਰ ਦਿੰਦਾ। ਅਤੇ ਜੇ ਸਰਕਾਰ ਉਹ ਸਰਕਾਰ ਸਾਡੇ ਅਧਿਕਾਰ ਮੰਨਦੀ ਨਹੀਂ, ਅਤੇ ਫਿਰ ਅਸੀਂ ਇਹਨੂੰ ਸਰਕਾਰ ਕਿਵੇਂ ਮੰਨੀਏ? ਫਿਰ ਅਸੀਂ ਵੀ ਇਹਨੂੰ ਸਰਕਾਰ ਨਹੀਂ ਮੰਨਦੇ। ਜਿੱਦਣ ਇਹ ਸਾਡੇ ਅਧਿਕਾਰ ਮੰਨ ਲੂਗੀ ਸੰਵਿਧਾਨ 'ਚ ਦਿੱਤੇ ਹੋਏ, ਅਸੀਂ ਇਹਨਾਂ ਨੂੰ ਵੀ ਸਰਕਾਰ ਮੰਨ ਲਵਾਂਗੇ, ਅਤੇ ਫਿਰ ਇਹਨਾਂ ਨਾਲ ਵੀ ਗੱਲ ਕਰ ਲਾਂਗੇ। ਕਿਉਂਕਿ ਅਸੀਂ ਕੋਰਟ 'ਚ ਵੀ ਗਏ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਕੋਈ ਉਮੀਦ ਨਹੀਂ ਹੈ ਕਿ ਕੋਰਟ ਸਾਨੂੰ ਬਹੁਤ ਜ਼ਿਆਦਾ ਵੱਡਾ ਇਨਸਾਫ ਦੇ ਦੇਗਾ। ਪਰ ਕੋਰਟ, ਮੈਨੂੰ ਇੰਝ ਲੱਗਦਾ ਹੈ ਕਿ ਕੋਰਟ ਦੇ ਜੱਜਿਸ ਨੂੰ ਵੀ ਇਹ ਮਹਿਸੂਸ ਹੋਣ ਲੱਗ ਗਿਆ ਹੈ ਕਿ ਜੇ ਕੋਰਟ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਈ ਅਤੇ ਇਸ ਦੇਸ਼ ਦੇ ਵਿੱਚ ਜਿੱਡਾ ਵੱਡਾ ਬਿਖਰਾਵ ਆਉਣ ਵਾਲਾ, ਉਸ ਦੀ ਜ਼ਿੰਮੇਵਾਰੀ ਫਿਰ ਕੋਰਟ ਨੂੰ ਵੀ ਉਹਦੇ ਸਿਰ ਵੀ ਆਉਂਦੀ। ਇਸ ਲਈ ਕੋਰਟ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਕਿ ਇਸ ਬੰਨੇ ਵਧੇਗਾ, ਲੋਕਾਂ ਨੂੰ ਇਨਸਾਫ ਦਿਵਾਏਗਾ, ਲੋਕਾਂ ਦਾ ਯਕੀਨ ਕੋਰਟ 'ਤੇ ਬਹਾਲ ਹੋਏਗਾ, ਲੋਕਾਂ ਦਾ ਸੰਵਿਧਾਨ 'ਤੇ ਵਿਸ਼ਵਾਸ ਕਿਵੇਂ ਬਹਾਲ ਹੋਵੇ। ਇਹ ਸਾਰੀਆਂ ਜ਼ਿੰਮੇਵਾਰੀਆਂ ਕੋਰਟ ਦੀਆਂ ਨੇ, ਸਰਕਾਰਾਂ ਦੀਆਂ ਨਹੀਂ ਹੈਗੀਆਂ। ਅਤੇ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਠੀਕ ਹੈ। ਹੋਇਆ, ਮੈਂ ਪਹਿਲਾਂ ਫੋਨ ਕੀਤੇ ਡਾਕਟਰ ਦਰਸ਼ਨਪਾਲ ਦੇ ਨਾਲ ਮੇਰੀ ਪਿਛਲੇ 45 ਸਾਲ ਤੋਂ ਜਾਣ ਪਛਾਣ, ਜਦੋਂ MBBS ਕਰਕੇ ਨਿਕਲਿਆ ਸੀ ਪਟਿਆਲਾ, ਔਰ ਇਹ ਨਕਸਲਾਈਟ ਮੂਵਮੈਂਟ ਦੇ ਵਿੱਚੋਂ ਆਇਆ ਮੈਂ। ਆਪਣਾ ਬਲਦੇਵ ਸਿੰਘ ਸਿਰਸਾ, ਇਹਦੇ ਨਾਲ ਮੈਂ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ। ਇਸ ਯੂਨੀਅਨ ਦੇ ਵਿੱਚ ਹੋਰ ਵੀ ਕਈ ਲੀਡਰ ਨੇ ਜਿਨ੍ਹਾਂ ਨੂੰ ਮੈਂ ਜਾਣਦਾ, ਪਰ ਮੈਂ ਇਹਨਾਂ 2 ਬੰਦਿਆਂ ਨੂੰ ਫੋਨ ਕੀਤਾ, ਇਹਨਾਂ ਨੇ ਫੋਨ ਨਹੀਂ ਚੁੱਕਿਆ। ਉੱਥੋਂ ਹੀ ਜਦੋਂ ਬਾਡੀ ਦੇ ਕੋਲ ਜਾਂ ਜਦੋਂ ਨਹੀਂ, ਅਗਲੇ ਦਿਨ ਸਵੇਰੇ। ਉੱਥੇ ਤਾਂ ਮੈਂ ਨਹੀਂ, ਉੱਥੇ ਤਾਂ ਇਹੋ ਜਿਹੀ ਕੋਈ ਹੈ ਨਹੀਂ ਸੀ ਪੋਜੀਸ਼ਨ। 27 ਤਰੀਕ ਨੂੰ ਮੈਂ ਇਹਨਾਂ ਨੂੰ ਫੋਨ ਕੀਤਾ, ਇਹਨਾਂ ਨੇ ਨਹੀਂ ਫੋਨ ਚੁੱਕਿਆ। ਫਿਰ ਇਹਨਾਂ ਨੂੰ ਮੈਂ ਵਾਇਸ ਮੈਸੇਜ ਕੀਤਾ ਵੀ ਮੇਰਾ ਤੁਸੀਂ ਫੋਨ ਨਹੀਂ ਚੁੱਕਦੇ, ਵਜ੍ਹਾ ਕੀ ਹੈ? ਵਾਇਸ ਮੈਸੇਜ ਦਰਸ਼ਨ ਨੇ ਨਹੀਂ ਚੁੱਕਿਆ, ਬਲਦੇਵ ਸਿੰਘ ਦੇ ਬੇਟੇ ਨੇ ਉਸ 'ਤੇ ਮੈਨੂੰ ਰਿਸਪੌਂਡ ਕੀਤਾ ਵੀ ਡੈਡੀ ਕੋਲ ਨਹੀਂ ਗਾ ਫੋਨ, ਇਹ ਮੇਰੇ ਕੋਲ ਆ, ਮੈਂ ਤੁਹਾਡੀ ਮੈਸੇਜ ਡੈਡੀ ਨੂੰ ਦੇ ਦੇਣਾ, ਉਹ ਤੁਹਾਡੇ ਨਾਲ ਗੱਲ ਕਰਨਗੇ। ਪਰ ਨਹੀਂ ਗੱਲ ਕੀਤੀ ਉਹਨਾਂ ਨੇ, ਕਿਸੇ ਨੇ ਮੇਰੇ ਨਾਲ, ਮੇਰਾ ਖਿਆਲ ਭੋਗ ਤੱਕ ਹੀ ਕਿਸੇ ਨੇ ਨਹੀਂ ਗੱਲ। ਜੇ ਮੈਂ ਅੱਜ ਇਮਾਨਦਾਰੀ ਨਾਲ ਕਹਾਂ, ਜੇ ਮੈਂ ਇਹਨਾਂ ਦੇ ਸਾਹਮਣੇ ਬਹਿ ਕੇ ਨਹੀਂ ਇਹਨਾਂ ਦੀ ਤਾਰੀਫ ਕਰਦਾ, ਨਾ ਮੇਰੇ ਕੋਈ ਇਹੋ ਜਿਹਾ ਮੋਟਿਵ। ਜੇ ਉੱਦਣ ਇਹ ਨਾ ਖੜੇ ਹੁੰਦੇ ਮੇਰੇ ਨਾਲ, ਅਤੇ ਫਿਰ ਮੈਨੂੰ ਲੱਗਦਾ ਸਾਡਾ ਕੇਸ ਨੂੰ ਵੀ ਖੁਰਦ-ਬੁਰਦ ਕਰ ਦਿੱਤਾ ਜਾਂਦਾ, ਕਿਉਂਕਿ ਜਿਹੜੇ ਸਾਡੇ ਵਾਰਸ ਸੀ ਉਹ ਤਾਂ ਸਾਡੇ ਵਾਰਸ ਹੀ ਨਹੀਂ ਬਣੇ। ਅਗਲੇ ਦਿਨ ਇਹਨਾਂ ਨੇ ਜਦੋਂ ਮੈਨੂੰ ਫੋਨ ਕੀਤਾ, ਇਹਨਾਂ ਨੇ ਕਿਹਾ ਵੀ ਕੀ ਹੋਇਆ, ਕੀ ਹੈ ਪੋਜੀਸ਼ਨ ਤੁਹਾਡੀ? ਮੈਂ ਕਿਹਾ ਸਾਡੀ ਕੋਈ ਪੋਜੀਸ਼ਨ ਨਹੀਂ ਹੈ ਭਾਈ, ਸਾਡੇ ਨਾਲ ਕੋਈ ਨਹੀਂ ਹੈਗਾ। ਇਹਨਾਂ ਨੇ ਫਿਰ ਜਿਹੜੀ ਮੇਰੇ ਨਾਲ ਇਹਨਾਂ ਦੀ ਸਾਡੀ ਜਿਹੜੀ ਗੱਲਬਾਤ ਹੋਈ, ਉਹ ਜਦੋਂ ਚੈਨਲ 'ਤੇ ਗਈ, ਉਸ ਤੋਂ ਬਾਅਦ ਲੋਕਾਂ 'ਚ ਜਿਹੜਾ ਰਿਸਪੌਂਸ ਲੋਕਾਂ ਨੇ ਉਸ ਚੈਨਲ ਉਹ ਖਬਰ ਨੂੰ ਦਿੱਤਾ, ਉਸ ਤੋਂ ਬਾਅਦ ਸਾਡੀ ਗੱਲ ਲੋਕਾਂ ਨੂੰ ਪਤਾ ਲੱਗਾ ਵੀ ਅਸਲੀਅਤ ਕੀ ਆ, ਨਵਰੀਤ ਦੀ ਗੋਲੀ ਮਾਰ ਕੇ ਹੱਤਿਆ ਹੋਈ ਆ, ਪਰਿਵਾਰ ਇਹ ਗੱਲ ਕਹਿੰਦਾ। ਉਦੋਂ ਬਾਅਦ ਸਾਡੀ ਗੱਲ ਲੋਕਾਂ 'ਚ ਗਈ, ਅਤੇ ਫਿਰ ਜਿਹੜੀ ਸੀ ਮੀਡੀਆ 'ਚ ਵੀ, ਸੋਸ਼ਲ ਮੀਡੀਆ 'ਤੇ ਵੀ। ਪਹਿਲਾਂ ਤਾਂ ਇਹੀ ਸੀਗਾ ਵੀ ਟਰੈਕਟਰ ਪਲਟ ਗਿਆ, ਦੂਜੀ ਗੱਲ ਹੀ ਨਹੀਂ ਸੀ ਹੈਗੀ। ਉਸ ਤੋਂ ਬਾਅਦ ਫਿਰ ਜਿਹੜੀ ਅਸਲੀਅਤ ਸੀ ਲੋਕਾਂ ਨੂੰ ਜਾਣੀ ਸ਼ੁਰੂ ਹੋਈ। ਫਿਰ ਉਦੋਂ ਲੱਗ ਕੇ ਅਸੀਂ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਾਂ। ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਸੀਗਾ ਵੀ ਆਪਾਂ ਇਹ ਕੋਰਟ 'ਚ ਜਾਣਾ, ਕੋਰਟ 'ਚ ਗਏ। ਵਰਿੰਦਾ ਗਰੋਵਰ ਜਿਹੜੇ ਸੀਗੇ, ਉਹਨੂੰ ਮੈਂ ਬਹੁਤ ਪਹਿਲਾਂ ਤੋਂ ਵੇਖ ਰਿਹਾ ਸੀਗਾ ਕਿ ਉਹ ਐਕਟੀਵਿਸਟ ਆ, ਉਹ ਵਧੀਆ ਤਰੀਕੇ ਨਾਲ ਲੜ ਰਹੀ ਹੈ, ਗੁਜਰਾਤ ਤੋਂ ਲੈ ਕੇ ਲੜ ਰਹੀ ਹੈ। ਫਿਰ ਉਹ ਸੀਗੀ ਜਿਹੜੀ ਉਹ ਪ੍ਰਸ਼ਾਂਤ ਭੂਸ਼ਣ ਨਾਲ ਜਿਹੜੀ ਉਹਨਾਂ ਦੀ ਸੀਗੀ ਆਪਸ ਵਿੱਚ ਲਾਈਜ਼ਨਿੰਗ ਸੀਗੀ। ਮੇਰੇ ਪ੍ਰਸ਼ਾਂਤ ਜੀ ਨਾਲ ਅੱਛੇ ਸੰਬੰਧ ਨੇ। ਪ੍ਰਸ਼ਾਂਤ ਜੀ ਨੇ ਮੈਨੂੰ ਫੋਨ 'ਤੇ ਕਿਹਾ ਵੀ ਤੁਸੀਂ ਜੇ ਕੇਸ ਆਪਣਾ ਵਰਿੰਦਾ ਤੋਂ ਕਰਾਓ, ਅਤੇ ਮੈਨੂੰ ਲੱਗਦਾ ਵੀ ਤੁਹਾਡੇ ਲਈ ਸਭ ਤੋਂ ਵਧੀਆ ਲਾਇਰ ਵਰਿੰਦਾ ਹੈ,
ਫਿਰ ਜਿਹੜੇ ਸਾਡੇ ਨਾਲ ਮੀਡੀਆ ਵਾਲੇ ਜੁੜੇ ਹੋਏ ਸੀਗੇ, ਦਾ ਵਾਇਰ ਵਾਲੇ ਸੀਗੇ ਜਾਂ ਇਹ ਸੀਗੇ ਆਪਣੇ ਕੈਰਵਨ ਵਾਲੇ ਸੀਗੇ, ਇਹਨਾਂ ਦਾ ਵੀ ਰਿਕਮੈਂਡੇਸ਼ਨ ਵਰਿੰਦਾ ਹੀ ਸੀਗੀ। ਫਿਰ ਸਾਰਿਆਂ ਦੇ ਜੋ ਸਲਾਹ ਕਰਕੇ ਅਸੀਂ ਵਰਿੰਦਾ ਨੂੰ, ਔਰ ਉਹਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਸਹੀ ਜਗ੍ਹਾ 'ਤੇ ਮੇਰਾ ਕੇਸ ਗਿਆ।